सन 1748 अहमद शाह अब्दाली ने पहली बार पंजाब उत्ते हमला किया ते 4 सालां बाद 1752 विच पंजाब अते मुल्तान दे सूबे मुगल बादशाहां तो ले लए। मीर मन्नू ने बड़ा यतन किया कि ਸਿੰਘਾਂ ਨੂੰ दबा के रखा जा सके, पर वह सफल ना हो सकिया। मीर मन्नू दे मरण पिछों ਸਿੰਘਾਂ ने थां थां ते हमले करके इलाके मलने शुरू कर दिते। सन 1757 अहमद शाह ने अपने बेटे तैमूर शाह नूं लाहौर ते मुल्तान दा सूबेदार बना दिता, पर वह ਸਿੰਘਾਂ ਨੂੰ रोक ना सकिया। अदीना बेग खान ने अफगानां नाल नाराज होके मरहटियां नूं पंजाब सद लिया ते मरहटियां ने पंजाब ते कब्जा कर लिया। मरहटियां ने अदीना बेग खान नूं सूबेदार बना दिता ते अदीना बेग ने ਸਿੰਘਾਂ नाल लड़ना शुरू कर दिता, पर अदीना बेग छेती ही मर गया। उधरों अहमद शाह अब्दाली फिर पंजाब आ धमकिया। मरहटे अगे अगे, अब्दाली पिछे पिछे, वो दिल्ली तक पहुंच गए। जनवरी 1761 अहमद शाह अब्दाली ने पानीपत की लड़ाई विच मरहटियां नूं भारी हार दित्ती ते फिर 10 साल मरहटियां ने दिल्ली वल मूंह ना कीता। जदों अहमद शाह दिल्लियों परत के काबुल जा रहा सी तां वो अपने नाल बहुत सारियां इस्त्रियां ते नौजवानां नूं बंदी बना के ले जा रहा सी। जदों ये गल ਸਿੰਘਾਂ नूं पता चल वाहिगुरू जी का खालसा वाहिगुरू जी की फतेह। खालसा जी, ਅੱਜ ਸਾਡੇ ਵਤਨ ਦੀ ਇੱਜ਼ਤ ਨੂੰ ਪੈਰਾਂ ਵਿੱਚ ਰੋਲ ਕੇ ਸਾਡੀਆਂ ਧੀਆਂ ਭੈਣਾਂ ਤੇ ਮਾਸੂਮ ਲੋਕਾਂ ਨੂੰ ਗੁਲਾਮ ਬਣਾ ਕੇ ਅਹਿਮਦ ਸ਼ਾਹ ਆਪਣੇ ਨਾਲ ਕਾਬੁਲ ਲਿਜਾ ਰਿਹਾ ਹੈ। ਪਰ ਸ਼ਾਇਦ ਉਹ ਭੁੱਲ ਗਿਆ ਕਿ ਖਾਲਸਾ ਕਦੇ ਵੀ ਇਹ ਜ਼ੁਲਮ ਬਰਦਾਸ਼ਤ ਨਹੀਂ ਕਰੇਗਾ। ਖਾਲਸਾ ਕਦੇ ਵੀ ਆਪਣੇ ਦੇਸ਼ ਦੀ ਇੱਜ਼ਤ ਨੂੰ ਖਵਾਰ ਨਹੀਂ ਹੋਣ ਦੇਵੇਗਾ। ਖਾਲਸੇ ਨੂੰ ਗੁਰੂ ਸਾਹਿਬ ਦਾ ਹੁਕਮ ਹੈ ਕਿ ਮਨੁੱਖਤਾ ਦੀ ਸੇਵਾ ਤੇ ਰੱਖਿਆ ਕਰੇ ਤੇ ਖਾਲਸਾ ਗੁਰੂ ਸਾਹਿਬ ਦੇ ਬਚਨਾਂ ਤੇ ਕੁਰਬਾਨ ਹੋਣ ਲਈ ਹਮੇਸ਼ਾ ਤਿਆਰ ਬਰ ਤਿਆਰ ਹੈ। ਤੁਸੀਂ ਸਹੀ ਆਖਦੇ ਹੋ ਸਿੰਘ ਸਾਹਿਬ, ਇਹਨਾਂ ਗਿਲਜੀਆਂ ਦਾ ਖਾਤਮਾ ਕਰਨ ਲਈ ਖਾਲਸਾ ਤਿਆਰ ਪਰ ਤਿਆਰ ਹੈ। ਖਾਲਸਾ ਜੀ, ਅਸੀਂ ਗਿਣਤੀ ਵਿੱਚ ਘੱਟ ਹਾਂ, ਪਰ ਸਾਡਾ ਜਜ਼ਬਾ ਪਹਾੜਾਂ ਵਰਗਾ ਹੈ। ਖਾਲਸੇ ਉੱਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਖਾਲਸਾ ਅਕਾਲ ਪੁਰਖ ਦੀ ਫੌਜ ਹੈ। ਸਿੰਘ ਸਾਹਿਬ, ਹੁਣ ਸਾਨੂੰ ਕੀ ਤਰਤੀਬ ਬਣਾਉਣੀ ਚਾਹੀਦੀ ਹੈ? ਅਸੀਂ ਅਹਿਮਦ ਸ਼ਾਹ ਉੱਤੇ ਸਿੱਧਾ ਹਮਲਾ ਨਹੀਂ ਕਰਾਂਗੇ। ਖਾਲਸਾ 5 ਜਥਿਆਂ ਵਿੱਚ ਅਲੱਗ-ਅਲੱਗ ਪਾਸਿਓਂ ਹਮਲਾ ਕਰੇਗਾ ਤਾਂ ਜੋ ਦੁਸ਼ਮਣ ਦੇ ਖੇਮੇ ਵਿੱਚ ਹਲਚਲ ਮਚ ਜਾਏ, ਤਾਂ ਜੋ ਦੁਸ਼ਮਣ ਨੂੰ ਸੰਭਲਣ ਦਾ ਮੌਕਾ ਨਾ ਮਿਲੇ। ਸਿੰਘ ਅਬਦਾਲੀ ਦੇ ਲਸ਼ਕਰ ਤੇ ਅਚਾਨਕ ਹਮਲਾ ਕਰ ਦਿੰਦੇ ਨੇ ਤੇ ਬੰਦੀ ਬਣਾਈਆਂ ਇਸਤਰੀਆਂ ਤੇ ਗੁਲਾਮ ਬਣਾਏ ਨੌਜਵਾਨਾਂ ਨੂੰ ਛੁਡਾ ਲੈਂਦੇ ਨੇ। ਜਦੋਂ ਇਹ ਖਬਰ ਅਹਿਮਦ ਸ਼ਾਹ ਅਬਦਾਲੀ ਨੂੰ ਮਿਲਦੀ ਹੈ इन सिखों के हौसले दिन ब दिन बढ़ते जा रहे हैं। हो सकता है कि कल ये हमारी सल्तनत के लिए नासूर बन जाएं। इनका खात्मा करना होगा, इनका खात्मा करना ही होगा, लेकिन इस बार नहीं। अगली बार निपटूंगा इन सिखड़ों से, अगली बार निपटूंगा। सन 1761 ਦੀਵਾਲੀ ਤੇ ਸਿੰਘਾਂ ਦਾ ਅੰਮ੍ਰਿਤਸਰ ਵਿੱਚ ਭਾਰੀ ਇਕੱਠ ਹੁੰਦਾ ਹੈ। ਇਸ ਵੇਲੇ ਤੱਕ ਸਿੰਘਾਂ ਦਾ ਰਿਵਾਜ ਸੀ ਕਿ ਹਰ ਦੀਵਾਲੀ ਤੇ ਵਿਸਾਖੀ ਦੇ ਮੌਕੇ ਤੇ ਅੰਮ੍ਰਿਤਸਰ ਪਹੁੰਚਣਾ, ਸਰੋਵਰ ਵਿੱਚ ਇਸ਼ਨਾਨ ਕਰਨਾ, ਸ਼ਬਦ ਕੀਰਤਨ ਸੁਣਨਾ, ਅਕਾਲ ਤਖਤ ਸਾਹਿਬ ਵਿੱਚ ਦੀਵਾਨ ਲਗਾਉਣਾ, ਜਿਸ ਵਿੱਚ ਹਰ ਅਹਿਮ ਮਸਲੇ ਤੇ ਵਿਚਾਰ ਕਰਨਾ। ਹੁਣ ਸਿੰਘਾਂ ਨੇ ਫੈਸਲਾ ਕੀਤਾ ਕਿ ਜੋ ਲੋਕ ਹਿੰਦੁਸਤਾਨੀ ਹੋ ਕੇ ਦੇਸ਼ ਦੇ ਗੱਦਾਰਾਂ ਦੀ ਸਹਾਇਤਾ ਕਰਦੇ ਨੇ, ਉਹਨਾਂ ਨੂੰ ਸੋਧਿਆ ਜਾਵੇ।
ਇਸ ਲਿਸਟ ਵਿੱਚ ਆਕਿਲਦਾਸ ਨਿਰੰਜਨੀਏ ਦਾ ਨਾਮ ਸਭ ਤੋਂ ਉੱਪਰ ਸੀ, ਜੋ ਜੰਡਿਆਲੇ ਦਾ ਵਸਨੀਕ ਸੀ। ਸਿੰਘਾਂ ਦੇ ਬਾਰ-ਬਾਰ ਸਮਝਾਉਣ ਤੇ ਵੀ ਉਹ ਬਾਜ਼ ਨਹੀਂ ਸੀ ਆ ਰਿਹਾ। ਇਸ ਲਈ ਸਿੰਘ ਉਸ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ। ਜਦੋਂ ਇਹ ਖਬਰ ਆਕਿਲਦਾਸ ਨੂੰ ਮਿਲਦੀ ਹੈ ਤਾਂ ਉਹ ਡਰ ਦੇ ਮਾਰੇ ਆਪਣਾ ਦੂਤ ਭੇਜ ਕੇ ਅਬਦਾਲੀ ਕੋਲੋਂ ਸਹਾਇਤਾ ਮੰਗਦਾ ਹੈ। ਪਰ ਅਬਦਾਲੀ ਤਾਂ ਪਹਿਲਾਂ ਹੀ ਕਾਬਲ ਤੋਂ ਪੰਜਾਬ ਵੱਲ ਚੱਲ ਚੁੱਕਿਆ ਸੀ ਤੇ ਇਸ ਵਾਰ ਉਸ ਦਾ ਇਰਾਦਾ ਸਿੰਘਾਂ ਨੂੰ ਜੜ ਤੋਂ ਖਤਮ ਕਰ ਦੇਣ ਵਾਲਾ ਬਣਿਆ ਹੋਇਆ ਸੀ। ਸਿੰਘਾਂ ਦਾ ਜੰਡਿਆਲੇ ਨੂੰ ਘੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਅਹਿਮਦ ਸ਼ਾਹ ਆਪਣੀ ਫੌਜਾਂ ਦੇ ਨਾਲ ਕਾਬਲ ਤੋਂ ਕੂਚ ਕਰਕੇ ਲਾਹੌਰ ਪਹੁੰਚਣ ਹੀ ਵਾਲਾ ਹੈ। ਖਾਲਸਾ ਜੀ, ਜਿਵੇਂ ਕਿ ਤੁਸੀਂ ਜਾਣ ਹੀ ਚੁੱਕੇ ਹੋ ਕਿ ਅਹਿਮਦ ਸ਼ਾਹ ਆਪਣੀਆਂ ਫੌਜਾਂ ਲੈ ਕੇ ਸਾਡੇ ਵੱਲ ਨੂੰ ਵੱਧ ਰਿਹਾ ਹੈ। ਸਾਡੀ ਫੌਜਾਂ ਦੀ ਗਿਣਤੀ ਅਹਿਮਦ ਸ਼ਾਹ ਦੀ ਫੌਜਾਂ ਦੀ ਗਿਣਤੀ ਦੇ ਮੁਕਾਬਲੇ ਘੱਟ ਹੈ। ਇਸ ਵਕਤ ਸਾਡੇ ਪਰਿਵਾਰ ਸਾਡੇ ਨਾਲ ਨੇ। ਇਹਨਾਂ ਦੀ ਸੰਭਾਲ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਾਨੂੰ ਜੰਡਿਆਲਾ ਛੱਡ ਕੇ ਮਾਲਵੇ ਵੱਲ ਨੂੰ ਕੂਚ ਕਰ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਪਰਿਵਾਰ ਸੁਰੱਖਿਅਤ ਰਹਿ ਸਕਣ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸਿੰਘ ਸਾਹਿਬ। ਅਹਿਮਦ ਸ਼ਾਹ ਅਬਦਾਲੀ ਸਿੰਘਾਂ ਦੀ ਵੱਧਦੀ ਹੋਈ ਤਾਕਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਹ ਪੰਜਾਬ ਉੱਤੇ ਆਪਣਾ ਕਬਜ਼ਾ ਬਰਕਰਾਰ ਰੱਖਣਾ ਚਾਹੁੰਦਾ ਹੈ। ਇਸ ਵਾਰ ਉਸਦੇ ਇਰਾਦੇ ਵੀ ਕੁਝ ਨੇਕ ਨਹੀਂ ਜਾਪਦੇ। ਖਾਲਸਾ ਜੀ, ਸਾਨੂੰ ਦੁਸ਼ਮਣ ਨਾਲ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਤੁਸੀਂ ਸਹੀ ਆਖਿਆ ਖਾਲਸਾ ਜੀ। ਹੁਣ ਇਸ ਵਕਤ ਸਾਨੂੰ ਕੂਚ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਡਿਆਲੇ ਤੋਂ ਕੂਚ ਕਰਕੇ ਖਾਲਸਾ ਮਲੇਰ ਕੋਟਲੇ ਕੋਲ ਆ ਰੁਕਦਾ ਹੈ, ਇਹ ਸੋਚ ਕੇ ਕਿ ਅਬਦਾਲੀ ਨੂੰ ਪੰਜਾਬ ਆਉਣ ਵਿੱਚ 4 ਤੋਂ 5 ਦਿਨ ਲੱਗ ਜਾਣਗੇ। ਪਰ ਅਬਦਾਲੀ ਤਾਂ 4-5 ਦਿਨਾਂ ਦਾ ਸਫ਼ਰ ਮਹਿਜ਼ 2 ਦਿਨਾਂ ਵਿੱਚ ਹੀ ਤੈਅ ਕਰ ਚੁੱਕਾ ਸੀ। ਅੰਮ੍ਰਿਤਸਰ ਤੋਂ ਸਿੰਘਾਂ ਦੇ ਕੂਚ ਦੀ ਖਬਰ ਜਦੋਂ ਅਬਦਾਲੀ ਨੂੰ ਮਿਲਦੀ जल्द से जल्द मलेरकोटला और सरहंद के फौजदारों के पास ये पैगाम भेज दिया जाए कि वो अपने लश्कर के साथ सिखड़ों को आगे बढ़ने से रोक दें, ताकि हमें वहां पहुंचने का वक्त मिल जाए। इसके बाद सिखड़ों का नेस्ता नाबूद होना यकीनन होगा, यकीनन। ਮਲੇਰ ਕੋਟਲਾ ਤੇ ਸਰਹੰਦ ਦੀ ਫੌਜ ਸਿੰਘਾਂ ਉੱਤੇ ਹਮਲਾ ਕਰ ਦਿੱਤਾ ਤੇ ਕੁਝ ਦੇਰ ਲੜਾਈ ਤੋਂ ਬਾਅਦ ਵਾਪਸ ਹੋ ਜਾਂਦੀ ਹੈ। ਸੂਰਜ ਥੋੜਾ ਉੱਪਰ ਆਉਂਦਾ ਹੈ। ਅਚਾਨਕ ਇੱਕ ਬਹੁਤ ਵੱਡਾ ਲਸ਼ਕਰ ਸਿੰਘਾਂ ਨੂੰ ਨਜ਼ਰ ਆਉਂਦਾ ਹੈ। ਹੁਣ ਸਾਰੀ ਗੱਲ ਖਾਲਸੇ ਦੀ ਸਮਝ ਵਿੱਚ ਆ ਜਾਂਦੀ ਹੈ। ਸਿੰਘ ਚਾਰੇ ਪਾਸਿਆਂ ਤੋਂ ਘਿਰ ਚੁੱਕੇ ਸਨ। ਇੱਕ ਪਾਸੇ ਸਰਹੰਦ ਤੇ ਮਲੇਰ ਕੋਟਲੀ ਦੀ ਫੌਜ ਤੇ ਬਾਕੀ ਪਾਸੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ। ਖਾਲਸਾ ਜੀ, ਇਹ ਅਹਿਮਦ ਸ਼ਾਹ ਦਾ ਲਸ਼ਕਰ ਹੈ। ਇਹ ਹਮਲਾ ਸਾਨੂੰ ਸਿਰਫ ਇੱਥੇ ਰੋਕ ਕੇ ਰੱਖਣ ਵਾਸਤੇ ਕੀਤਾ ਗਿਆ ਸੀ। ਇਸ ਔਖੀ ਕੜੀ ਵਿੱਚ ਸਾਨੂੰ ਬੜੀ ਸਮਝ ਤੇ ਦਲੇਰੀ ਨਾਲ ਕੰਮ ਲੈਣਾ ਪਵੇਗਾ। ਸਿੰਘ ਸਾਹਿਬ, ਤੁਹਾਡਾ ਕੀ ਮਸ਼ਵਰਾ ਹੈ? ਚੜ੍ਹਤ ਸਿੰਘ ਜੀ, ਤੁਹਾਡਾ ਕੀ ਮਸ਼ਵਰਾ ਹੈ?
ਜਥੇਦਾਰ ਜੀ, ਦੁਸ਼ਮਣ ਦੀ ਫੌਜ ਦੀ ਗਿਣਤੀ ਸਾਡੇ ਨਾਲੋਂ ਕਿਤੇ ਵੱਧ ਹੈ ਤੇ ਇਸ ਵੇਲੇ ਸਾਨੂੰ ਕਿਤੋਂ ਸਹਾਇਤਾ ਵੀ ਨਹੀਂ ਮਿਲ ਸਕਦੀ। ਸਾਨੂੰ ਇਹ ਲੜਾਈ ਆਪਣੇ ਸਫ਼ਰ ਵੱਲ ਚਲਦੇ ਚਲਦੇ ਲੜਨੀ ਪਵੇਗੀ ਤਾਂ ਜੋ ਦੁਸ਼ਮਣ ਦੀ ਫੌਜ ਤੋਂ दूर जाया जा सके। जब आपकी और निधान बने अत हीरन में तब जूझ मरो। खालसा जी हुण समा आ गया वैरी नाल लड़न दा ते शहीदियां पाउण दा। ਉਹ ਤਾਂ ਠੀਕ ਹੈ, ਪਰ ਇਸ ਵਕਤ ਸਾਡੇ ਪਰਿਵਾਰ ਸਾਡੇ ਨਾਲ ਨੇ ਤੇ ਉਹਨਾਂ ਦੀ ਸੁਰੱਖਿਆ ਕਰਨਾ ਸਾਡਾ ਪਹਿਲਾ ਕਦਮ ਹੋਣਾ ਚਾਹੀਦਾ ਹੈ। ਤੁਹਾਡੀ ਤਜਵੀਜ਼ ਕੀ ਹੈ ਜਥੇਦਾਰ ਜੀ? ਸਭ ਤੋਂ ਪਹਿਲਾਂ ਸਾਨੂੰ ਇੱਕ ਸੁਰੱਖਿਆ ਚੱਕਰ ਬਣਾਉਣਾ ਪਵੇਗਾ ਜੋ ਇੱਕ ਘੇਰੇ ਦੇ ਰੂਪ ਵਿੱਚ ਹੋਵੇਗਾ, ਜਿਸ ਦੇ ਐਨ ਵਿਚਕਾਰ ਬੱਚੇ, ਬਜ਼ੁਰਗ ਤੇ ਬੀਬੀਆਂ ਹੋਣਗੀਆਂ। ਉਸ ਤੋਂ ਉੱਪਰ ਨੌਜਵਾਨ ਤੇ ਤਜਰਬੇਕਾਰ ਲੜਾਕੇ ਸਿੰਘ ਹੋਣਗੇ ਜੋ ਇਹ ਸੁਰੱਖਿਆ ਚੱਕਰ ਬਣਾਈ ਰੱਖਣਗੇ। ਤੇ ਸਾਰੇ ਜਥੇਦਾਰਾਂ ਨੂੰ ਬੇਨਤੀ ਹੈ ਉਹ ਆਪੋ ਆਪਣੇ ਜਥਿਆਂ ਦੇ ਨਾਲ ਇਸ ਸੁਰੱਖਿਆ ਚੱਕਰ ਦੀ ਨਿਗਰਾਨੀ ਕਰਨ ਤੇ ਬਰਨਾਲੇ ਵੱਲ ਨੂੰ ਚੱਲਦੇ ਰਹਿਣ। ਸਿੰਘ ਹੁਣ ਸੁਰੱਖਿਆ ਘੇਰਾ ਬਣਾਉਂਦੇ ਨੇ ਤਾਂ ਜੋ ਆਪਣੇ ਪਰਿਵਾਰਾਂ ਦੀ ਸੁਰੱਖਿਆ ਕਰ ਸਕਣ। बहुत खूब। अल्लाह के फजल से दुश्मन का पूरा कुनबा एक ही वार में हमारी पकड़ में आ गया। वक्त ज़ाया न किया जाए। यलगार हो। ਖਾਲਸਾ ਜੀ, ਅਕਾਲ ਪੁਰਖ ਸਾਡੇ ਅੰਗ ਸੰਗ ਹੈ। ਸਾਨੂੰ ਇਹਨਾਂ ਗਿਲਜੀਆਂ ਤੋਂ ਡਰਨ ਦੀ ਕੋਈ ਲੋੜ ਨਹੀਂ। ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਤੇ ਰਹੇਗਾ। ਅਸੀਂ ਦੁਸ਼ਮਣ ਦਾ ਮੂੰਹ ਤੋੜ ਜਵਾਬ ਦੇਵਾਂਗੇ ਤੇ ਨਾਲ ਦੀ ਨਾਲ ਆਪਣਾ ਸਫ਼ਰ ਵੀ ਜਾਰੀ ਰੱਖਾਂਗੇ। ਬਲੇ ਸੋ ਨਿਹਾਲ। ਦਾਲੀ ਦੀ ਫੌਜ ਸਿੰਘਾਂ ਤੇ ਹਮਲਾ ਕਰ ਖਾਲਸਾ ਘੱਟ ਗਿਣਤੀ ਹੋਣ ਦੇ ਬਾਵਜੂਦ ਬੜੀ ਬਹਾਦਰੀ ਨਾਲ ਲੜਦਾ ਹੈ। जहान खान, हमला जोरदार हो, फतेह हमारी है और हम मंजिल के करीब हैं। हमला हो। नारे तकबीर।
ਵੱਡਾ ਹਮਲਾ ਹੁੰਦਾ ਹੈ ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਘੇਰਾ ਤੋੜ ਕੇ ਅੰਦਰ ਦਾਖਲ ਹੋ ਜਾਂਦੀਆਂ। ਕਤਲੇ-ਆਮ ਸ਼ੁਰੂ ਹੋ ਜਾਂਦਾ ਵਹੀਰ ਆਪਣਾ ਆਪ ਸੰਭਾਲਦੇ ਅੱਗੇ ਵਧ ਰਹੀ ਹੈ। ਦੁਸ਼ਮਣ ਦੀ ਫੌਜ ਵੀ ਥੱਕ ਚੁੱਕੀ ਹੈ ਤੇ ਪਿਆਸੀ ਹੋ ਗਈ, ਕਿਉਂਕਿ ਇਹ ਜੰਗ ਬਿਨਾਂ ਰੁਕੇ ਲਗਾਤਾਰ ਚੱਲਦੀ ਹੈ। ਖਾਲਸਾ ਫੌਜ ਵੀ ਕਾਵੜ ਤੇ ਪਿਆਸ ਨਾਲ ਲੜੀ। ਬਾਹਮਣੀਆਂ ਕੋਲ ਪਾਣੀ ਦਾ ਇੱਕ ਤਲਾਬ ਦੇਖ ਕੇ ਸਾਰੀਆਂ ਫੌਜਾਂ ਪਾਣੀ ਦੇ ਭੰਡਾਰ ਟੁੱਟ ਤੇ ਆਪਣੀ ਆਪਣੀ ਪਿਆਸ ਬੁਝਾਉਂਦੀਆਂ ਨੇ। ਹੁਣ ਅਹਿਮਦ ਸ਼ਾਹ ਅਬਦਾਲੀ ਵੀ ਸਿੱਖਾਂ ਦਾ ਪਿੱਛਾ ਕਰ ਕਰਕੇ ਥੱਕ ਚੁੱਕਿਆ ਸੀ। फतेह का नक्कारा बजा दिया जाए। सारे दुश्मन मारे जा चुके हैं। ਤੇ ਅਖੀਰ ਇਹ ਲੜਾਈ ਪਿੰਡ ਕੁਤਬਾ ਬਾਹਮਣੀਆਂ ਕੋਲ ਖਤਮ ਹੁੰਦੀ ਹੈ। ਅਹਿਮਦ ਸ਼ਾਹ ਅਬਦਾਲੀ ਦੀ ਖੁਸ਼ੀ ਬਹੁਤ ਦੇਰ ਰਹਿ ਨਾ ਸਕੀ। ਸਨ 1762 ਵਿੱਚ ਦੀਵਾਲੀ ਦੇ ਮੌਕੇ ਸਿੰਘਾਂ ਨੇ ਅਬਦਾਲੀ ਨਾਲ ਅੰਮ੍ਰਿਤਸਰ ਦੇ ਇਲਾਕੇ ਵਿੱਚ ਲੜਾਈ ਲੜੀ ਤੇ ਅਬਦਾਲੀ ਨੂੰ ਰਾਤ ਦੇ ਹਨੇਰੇ ਦੀ ਓਟ ਲੈ ਕੇ ਲਾਹੌਰ ਮੁੜਨਾ ਪਿਆ। ਉਸ ਦੇ ਕਾਬਲ ਪਰਤਣ ਤੋਂ ਪਿੱਛੋਂ ਸਿੰਘਾਂ ਨੇ ਅਫਗਾਨ ਹਾਕਮਾਂ ਨੂੰ ਪੰਜਾਬ ਦੇ ਬਹੁਤੇ ਥਾਵਾਂ ਵਿੱਚੋਂ ਕੱਢ ਦਿੱਤਾ। ਸਾਲ ਡੇਢ ਸਾਲ ਬਾਅਦ ਅਹਿਮਦ ਸ਼ਾਹ ਅਬਦਾਲੀ ਨੂੰ ਚਨਾਹ ਦੇ ਉਰਲੇ ਕੰਢੇ ਤੇ ਇੱਕ ਘਮਾਸਾਨ ਲੜਾਈ ਵਿੱਚ ਹਾਰ ਦਿੱਤੀ। ਸਨ 1764 ਵਿੱਚ ਅਬਦਾਲੀ ਆਪਣੀਆਂ ਫੌਜਾਂ ਲੈ ਕੇ ਇੱਕ ਵਾਰ ਫਿਰ ਪੰਜਾਬ ਆਉਂਦਾ ਹੈ, ਪਰ ਸਿੰਘਾਂ ਦੇ ਡਰ ਤੋਂ ਦਿਨ ਵਿੱਚ ਹੀ 2-4 ਕੋਹਾਂ ਤੋਂ ਵੱਧ ਨਾ ਚੱਲ ਸਕਿਆ। ਆਖਿਰ ਉਹ ਪੰਜਾਬ ਛੱਡ ਕੇ ਚਲਾ ਗਿਆ ਤੇ ਸਨ 1765 ਦੀ ਵਿਸਾਖੀ ਤੋਂ ਪਿੱਛੋਂ ਸਿੰਘਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਉੱਥੋਂ ਆਪਣਾ ਸਿੱਕਾ ਜਾਰੀ ਕਰਕੇ ਬਾਕੀ ਦੁਨੀਆ ਨੂੰ ਇਹ ਦੱਸ ਦਿੱਤਾ ਕਿ ਰਾਜ ਪੰਜਾਬ ਵਿੱਚ ਕਾਇਮ ਹੋ ਚੁੱਕਾ ਹੈ। ਇਸ ਤਰ੍ਹਾਂ ਆਜ਼ਾਦੀ ਦਾ ਇਹ ਸੰਘਰਸ਼ ਸਿਰੇ ਚੜ੍ਹਿਆ।